मृतक को जीवालनहार, भूखे को देवत आधार। बाबा बुद्ध सिंह दे घर पोतरे गुलवंत सिंह ने जन्म लिया। बचपन विच ऐसी बीमारी लगी कि यतन करन दे बाद भी कोई आराम ना आया। दवाई करदियां 1 साल दा समा लंघ गया। एक दिन बुद्ध सिंह दे मन विच फुरना बनिया, इसनूं बाबा जी दे चरनां विच लै के चलीए। बाबा बुद्ध सिंह ते माई शाम कौर दोनों पुत्रे नूं लै के बाबा जी दी हजूरी विच पहुँच गए। बेनती कीती, महाराज बच्चा बीमार है, किरपा करो। बेनती सुनन उपरंत बाबा जी ने बचन कीता, इसनूं बहालदास दे चरनां विच रख देना। बहालदास जी हफ्ते विच 1 वार जरूर दर्शन करन पुज्जो आया करदे सन। बहालदास जी दर्शन करन आए तां माई शाम कौर बच्चे नूं कपड़े विच लपेट के डेरे लै गई। हुक्म अनुसार बच्चा संत बहाल सिंह जी दे चरनां ते रख दिता। संत बहाल सिंह जी ने कहा, यह की है? बाबा बुद्ध सिंह ने कहा, मेरा पोतरा है, 1 साल तो बीमार है, इस ते किरपा करो। बाबा जी ने हुक्म किया, बहालदास इस बच्चे तो कपड़ा ला के इस शरीर ते हथ फेर दे। हथ फेरन तो बाद संत बहालदास जी ने पूछया, इस बच्चे नूं की खवांदे हो? माता ने कहा, दुध दी खीर दिंदे हां, थोड़ी जिही ही खांदा है। संत बहालदास जी ने वचन किया, वड्डा हो के खीर बहुत खाएगा। इस तो उपरंत बाबा जी ने वचन किया, माई तू इस नूं अपना दुध चंगाउणा है। माई हैरान जही हुई कि मेरे तां दुध ही नहीं है, पर जदों दुध देण लगी तां दुध उतर आया। बच्चे ने 1 साल अपनी दादी दा दुध चुंगिया। गुलवंत सिंह अज भी मौजूद है अते पोतरियां वाला है। जिंदगी विच बेअंत खीर खाधी। सोई करना जे आप कराए, जिथै रखै सा भली जाए। महापुरख सर्व कला समर्थ हो के फिर भी हुक्म विच रहिंदे हन। संसारी मनुख इस रब्बी भेद नूं नहीं समझ सकता, इसे लई ਉਹ ਵਾਰ-ਵਾਰ ਬੇਨਤੀਆਂ ਕਰਦਾ ਰਹਿੰਦਾ ਹੈ। ਪਰ ਮਹਾਂਪੁਰਖ ਹੁਕਮ ਅੰਦਰ ਹੀ ਸਭ ਕੁਝ ਕਰਦੇ ਅਤੇ ਕਰਵਾਉਂਦੇ ਹਨ। ਇੱਕ ਵਾਰੀ ਪ੍ਰੇਮੀਆਂ ਨੇ ਮਿਲ ਕੇ ਬੇਨਤੀ ਕੀਤੀ, ਮਹਾਰਾਜ ਟਿੱਲੇਵਾਲੀ ਦੀ ਕੋਠਰੀ ਪੁਰਾਣੀ ਹੋ ਗਈ ਹੈ, ਕੰਧਾਂ ਦੀ ਹਾਲਤ ਖਸਤਾ ਹੋ ਗਈ ਹੈ, ਸਤੀਰ ਵੀ ਟੁੱਟਣ ਵਾਲਾ ਹੈ। ਹੁਕਮ ਹੋਵੇ ਤਾਂ ਇੱਥੇ ਹੋਰ ਉਸਾਰੀ ਕਰ ਦਈਏ ਜਾਂ ਥੱਲੇ ਬਣਾ ਦਈਏ। ਪ੍ਰੇਮੀਆਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਜਿਤਨੀ ਦੇਰ ਅਸੀਂ ਬੈਠੇ ਹਾਂ ਨਾ ਕੰਧ ਡਿੱਗੇ ਅਤੇ ਨਾ ਸ਼ਤੀਰ ਟੁੱਟੇ, ਤੁਸੀਂ ਫਿਕਰ ਨਾ ਕਰੋ। ਕੁਝ ਸਮਾਂ ਲੰਘਣ ਦੇ ਬਾਅਦ ਸੇਵਕਾਂ ਨੇ ਫਿਰ ਬੇਨਤੀ ਕਰ ਦਿੱਤੀ। ਬਾਬਾ ਜੀ ਫਿਰ ਚੁੱਪ ਰਹੇ ਤੇ ਤੀਜੀ ਵਾਰ ਫਿਰ ਪ੍ਰੇਮੀ ਵਿਚਾਰ ਕਰਨ ਲੱਗੇ ਕਿ ਬਾਬਾ ਜੀ ਆਪ ਵੀ ਬਾਹਰ ਨਹੀਂ ਆਉਂਦੇ, ਸੇਵਕ ਵੀ ਅੰਦਰ ਰਹਿੰਦੇ ਹਨ। ਸ਼ਤੀਰ ਟੁੱਟਣ ਵਾਲਾ ਹੈ, ਕਿਤੇ ਅਨਰਥ ਨਾ ਹੋ ਜਾਏ। ਇਸ ਡਰ ਤੋਂ ਫਿਰ ਬੇਨਤੀ ਕਰਨ ਗਏ। ਭਾਈ ਲੀਲਾ ਸਿੰਘ, ਮਾਈ ਖੀਮ ਕੌਰ, ਜੰਡਾ ਵਾਲੀ, ਭਾਈ ਵਰਿਆਮ ਸਿੰਘ, ਬਾਬਾ ਸੋਹਣ ਸਿੰਘ, ਨੰਬਰਦਾਰ ਕੇਹਰ ਸਿੰਘ, ਸੀਮੇ ਤੋਂ ਗੁਰਦਿੱਤ ਸਿੰਘ ਤੋਂ ਮਾਈ ਖੀਮ ਕੌਰ ਮੌਕਾ ਦੇ ਕੇ ਬੇਨਤੀ ਕਰਨ ਉੱਪਰ ਚਲੇ ਗਏ, ਕਿਉਂਕਿ ਉਸ ਦਿਨ ਬਹਾਲਦਾਸ ਜੀ ਵੀ ਆਏ ਹੋਏ ਸਨ। ਨਮਸਕਾਰ ਕਰਕੇ ਬੈਠ ਗਏ। ਬਾਬਾ ਜੀ ਨੇ ਪੁੱਛਿਆ, ਕਿਵੇਂ ਸੰਗਤ ਦੇ ਆਉਣੇ ਹੋਏ? ਜੀ ਇੱਕ ਅਰਜ਼ੋਈ ਹੈ, ਲੈ ਕੇ ਆਏ ਹਾਂ। ਬੇਨਤੀ ਕੀਤੀ। ਬਾਬਾ ਜੀ ਨੇ ਬਚਨ ਕੀਤਾ, ਪਹਿਲਾਂ ਆਪਣੇ ਆਪਣੇ ਨਾਮ ਦੱਸੋ
ਫਿਰ ਅਗਲੀ ਗੱਲ ਕਰਾਂਗੇ। ਸਭ ਨੇ ਆਪਣੇ ਆਪਣੇ ਨਾਮ ਦੱਸੇ ਅਤੇ ਫਿਰ ਬੇਨਤੀ ਆਸਣ ਬਾਰੇ ਕਰ ਦਿੱਤੀ। ਬੇਨਤੀ ਸੁਣ ਕੇ ਹਜ਼ੂਰ ਨੇ ਬਚਨ ਕੀਤਾ, ਸਾਡੇ ਸਿਰ ਉੱਤੇ ਬਹੁਤਾ ਭਾਰ ਚੁੱਕਿਆ ਹੈ। ਜੇ ਅਸੀਂ ਹਿੱਲ ਗਏ ਤਾਂ ਰਾਜ ਸਿੰਘਾਸਨ ਡੋਲ ਜਾਣਗੇ, ਜੰਗ ਲੱਗ ਜਾਏਗੀ, ਬੇਅੰਤ ਦੁਨੀਆ ਮਰੇਗੀ, ਸਾਨੂੰ ਇੱਥੇ ਹੀ ਬੈਠੇ ਰਹਿਣ ਦਿਓ। ਇਹ ਬਚਨ ਹੋਣ ਤੋਂ ਬਾਅਦ ਵੀ ਸੰਗਤ ਨੇ ਥੱਲੇ ਕੱਚੀਆਂ ਇੱਟਾਂ ਦੀ ਇੱਕ ਉਤਨੀ ਵੱਡੀ ਕੋਠੜੀ ਪਾ ਦਿੱਤੀ ਗੱਦੀ ਸਾਹਿਬ ਵਾਲੀ ਥਾਂ ਉੱਪਰ, ਪਰ ਬਾਬਾ ਜੀ ਨੇ ਉਸ ਵਿੱਚ ਚਰਨ ਨਹੀਂ ਪਾਏ। ਪਾਠੀ ਸਿੰਘਾਂ ਤੇ ਪ੍ਰੇਮੀਆਂ ਨੇ ਰਲ ਕੇ ਬੇਨਤੀ ਕੀਤੀ, ਮਹਾਰਾਜ ਇੱਥੇ ਗੁਰੂ ਸਾਹਿਬ ਦਾ ਸਰੂਪ ਲੈ ਆਈਏ। ਉੱਤਰ ਵਿੱਚ ਬਚਨ ਕੀਤਾ, ਇੱਥੇ ਨਹੀਂ ਲੈ ਕੇ ਆਉਣਾ, ਸਾਡੀ ਮਰਿਆਦਾ ਹੋਰ ਹੈ। ਉਹਨਾਂ ਵਾਸਤੇ ਮਰਿਆਦਾ ਹੋਰ ਹੁੰਦੀ ਹੈ। ਕਈ ਵਾਰ ਸੰਗਤ ਨੇ ਬੇਨਤੀ ਕੀਤੀ, ਪਰ ਬਾਬਾ ਜੀ ਇਹੀ ਜਵਾਬ ਦਿੰਦੇ ਰਹੇ, ਸਾਚੇ ਮਹਿਲ ਰਹਿ ਬੈਰਾਗੀ, ਆਵਣ ਦੇਹ ਤਾਂ ਆਵਾ। ਜੱਸੀ ਪਾਓ ਵਾਲੀ ਦੇ ਵਸਨੀਕ ਦਾ ਪ੍ਰਸੰਗ ਦਾ ਕੁਝ ਹਿੱਸਾ ਪਿੱਛੇ ਛਪ ਚੁੱਕਿਆ ਹੈ। ਇਹ ਅਰੋਗਤਾ ਲਈ ਬਾਬਾ ਜੀ ਪਾਸ ਆਇਆ ਸੀ ਅਤੇ ਹੁਕਮ ਅਨੁਸਾਰ 2 ਸਾਲ ਸੇਵਾ ਵਿੱਚ ਰਿਹਾ ਸੀ। ਹਜ਼ੂਰੀ ਸੇਵਾ ਵਿੱਚ ਰਹਿਣ ਸਮੇਂ ਕੁਝ ਕੌਤਕ ਉਸ ਦੇ ਪੁੱਤਰ ਮੰਗਲ ਸਿੰਘ ਨੇ ਕਲਮਬੰਦ ਕਰਾਏ ਹਨ। ਭਾਗ ਸਿੰਘ ਨਾਮੀ ਇਹ ਸੇਵਕ ਹੁਕਮ ਅਨੁਸਾਰ ਕਿਤੇ ਕੰਮ ਭੇਜਿਆ, ਵਾਪਸੀ ਰਸਤੇ ਵਿੱਚ ਮਸਤੂਆਣਾ ਵਿੱਚੋਂ ਲੰਘਣਾ ਸੀ। ਮਹਾਂਪੁਰਖਾਂ ਦਾ ਮਸਤੂਆਣੇ ਕੀਰਤਨ ਚੱਲ ਰਿਹਾ ਸੀ। ਇਸਨੇ ਕੀਰਤਨ ਸੁਣਿਆ, ਬੜਾ ਹੀ ਆਨੰਦ ਆਇਆ। ਬੈਕੁੰਠ ਨਗਰ ਜਹਾਂ ਸੰਤ ਵਾਸਾ ਵਾਲੀ ਪੰਕਤੀ ਦੀ ਧਾਰਨਾ, ਜਿੱਥੇ ਵਸਦੇ ਨੇ ਸੰਤ ਪਿਆਰੇ, ਉਹੀ ਹੈ ਬੈਕੁੰਠ ਨਗਰੀ, ਪੜ੍ਹਦੇ ਵੀ ਸਨ। ਨਕਸ਼ਾ ਵੀ ਬੈਕੁੰਠ ਦਾ ਬਣਿਆ ਹੋਇਆ ਸੀ। ਕੀਰਤਨ ਦੀ ਸਮਾਪਤੀ ਉਪਰੰਤ ਭਾਗ ਸਿੰਘ ਉੱਥੋਂ ਚੱਲ ਪਿਆ। ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਮਹਾਰਾਜ ਮੈਂ ਮਸਤੂਆਣੇ ਵਾਲਿਆਂ ਦਾ ਕੀਰਤਨ ਸੁਣਿਆ, ਜਿੱਥੇ ਵਸਦੇ ਨੇ ਸੰਤ ਪਿਆਰੇ, ਉਹੀ ਹੈ ਬੈਕੁੰਠ ਨਗਰੀ। ਹਜ਼ੂਰ ਇਸ ਦੇ ਅਰਥ ਸਮਝਾਓ। ਬਾਬਾ ਜੀ ਨੇ ਫਰਮਾਇਆ, ਇਸ ਦਾ ਅਰਥ ਮਨ ਦੀ ਆਨੰਦਮਈ ਅਵਸਥਾ ਹੈ, ਜੋ ਜਨਮ ਮਰਨ, ਦੁੱਖ ਭੁੱਖ, ਸੰਸਾਰੀ ਵਸਤੂਆਂ ਨੂੰ ਤਿਆਗ ਕੇ ਕਰਤੇ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਇਹ ਸੁਣਿਆ ਪਤਾ ਨਹੀਂ ਲੱਗਦਾ, ਅੱਖੀਂ ਦੇਖ ਕੇ ਹੀ ਯਕੀਨ ਵੱਜਦਾ ਹੈ। ਇਹ ਬਚਨ ਕਰਨ ਉਪਰੰਤ ਸਮਾਧੀ ਲੀਨ ਹੋ ਗਏ। ਕਾਫੀ ਦੇਰ ਬਾਅਦ ਨੇਤਰ ਖੋਲੇ। ਗੁਰਵਾਕ ਅਨੁਸਾਰ, ਕਹਿਣ ਕਥਨ ਕੋ ਸੋਜੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਸਮਾਧੀ ਖੋਲ੍ਹਣ ਉਪਰੰਤ ਬਚਨ ਕੀਤਾ, ਭਾਗ ਸਿੰਘ ਹੋਰ ਕੋਈ ਗੱਲ? ਭਾਗ ਸਿੰਘ ਨੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰਾ ਮਨ ਅਮਰ ਕਥਾ ਸੁਣਨ ਲਈ ਕਰਦਾ ਹੈ, ਤੁਸੀਂ ਕਿਰਪਾ ਕਰੋ। ਹਜ਼ੂਰ ਨੇ ਬਚਨ ਕੀਤਾ, ਅਮਰ ਕਥਾ ਦਾ ਸਮਾਂ ਅਜੇ ਦੂਰ ਹੈ। ਭਾਗ ਸਿੰਘ ਸਮਝ ਨਾ ਸਕਿਆ, ਫਿਰ ਬੇਨਤੀ ਕਰ ਦਿੱਤੀ। ਮਿਹਰ ਦੇ ਘਰ ਆ ਕੇ ਕਹਿਣ ਲੱਗੇ, ਲੈ ਸੁਣ ਲੈ ਅਮਰ ਕਥਾ। ਇੱਕ ਅਗਨੀ ਹੋਤਰੀ ਨਾਮ ਦਾ ਦੈਂਤ ਸੀ। ਬਾਬਾ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਨਿਕਲੇ ਹੀ ਸਨ ਕਿ ਭਾਗ ਸਿੰਘ ਦੇ ਮੂੰਹ ਵਿੱਚੋਂ ਆਹਾ ਹਾ ਹਾ ਦੀ ਆਵਾਜ਼ ਆਈ। ਹਜ਼ੂਰ ਨੇ ਆਪਣਾ ਹੱਥ ਭਾਗ ਸਿੰਘ ਦੀ ਛਾਤੀ ਨਾਲ ਲਾਇਆ ਤਾਂ ਉਸ ਦਾ ਧਿਆਨ ਟੁੱਟ ਗਿਆ ਅਤੇ ਪਿੱਛੇ ਨੂੰ ਡਿੱਗ ਪਿਆ। ਹੋਸ਼ ਆਉਣ ਉਪਰੰਤ ਬਾਬਾ ਜੀ ਨੇ ਪੁੱਛਿਆ, ਭਾਗ ਸਿੰਘ ਕੀ ਵੇਖਿਆ, ਬੋਲਿਆ ਕਿਉਂ ਸੀ? ਭਾਗ ਸਿੰਘ ਨੇ ਅਰਜ਼ ਗੁਜ਼ਾਰੀ, ਮਹਾਰਾਜ ਮੇਰੇ ਸਾਹਮਣੇ ਪਹਿਲਾਂ ਇੱਕ ਦਰਵਾਜ਼ਾ ਆਇਆ, ਉਸ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਸੀ। ਉਸ ਵੇਲੇ ਮੇਰੇ ਮੂੰਹ ਵਿੱਚੋਂ ਆਹ ਮੁਹਾਰੇ ਹੀ ਕੁਝ ਨਿਕਲ ਗਿਆ ਹੋਵੇਗਾ। ਜਿਸ ਵਕਤ ਮੈਂ ਅੰਦਰ ਜਾਣ ਲੱਗਾ, ਮੈਨੂੰ ਕਿਸੇ ਨੇ ਅੰਦਰੋਂ ਬਾਹਰ ਧੱਕਾ ਦਿੱਤਾ। ਹੁਣ ਮੈਂ ਤੁਹਾਡੇ ਚਰਨਾਂ ਵਿੱਚ ਬੈਠਾ ਹਾਂ, ਮੈਨੂੰ ਇਹੀ ਪਤਾ ਹੈ। ਬਾਬਾ ਜੀ ਨੇ ਬਚਨ ਕੀਤਾ, ਇਹ ਸੱਚਖੰਡ ਦਾ ਦਰਵਾਜ਼ਾ ਸੀ, ਤੂੰ ਅੰਦਰ ਜਾਣ ਲੱਗਾ ਸੀ, ਅਸੀਂ ਤੈਨੂੰ ਪਿੱਛੇ ਧੱਕਿਆ ਸੀ।
ਕਿਸੇ ਸਮੇਂ ਫਿਰ ਅਸੀਂ ਸੰਸਾਰ ਵਿੱਚ ਸਰੀਰ ਧਾਰਨਾ ਹੈ। ਉਸ ਵਕਤ ਤੈਨੂੰ ਭਾਲਾਂਗੇ। ਅਗਲੇ ਜਨਮ ਸਮੇਂ ਤੂੰ ਸੱਚਖੰਡ ਵਿੱਚ ਵਾਸਾ ਕਰੇਗਾ। ਭਾਗ ਸਿੰਘ ਨੇ ਬੇਨਤੀ ਕੀਤੀ, ਮੈਂ ਤੁਹਾਨੂੰ ਕਿਸ ਤਰ੍ਹਾਂ ਮਿਲਾਂਗਾ? ਬਾਬਾ ਜੀ ਨੇ ਫਰਮਾਇਆ, ਨਿਰੰਕਾਰ ਆਪ ਸਭ ਕੁਝ ਕਰੇਗਾ। ਮਿਲਾਉਣਾ ਵਿਛੋੜਨਾ ਉਸ ਦੇ ਹੱਥ ਹੈ। ਭਾਗ ਸਿੰਘ, ਸਾਡੇ ਕੋਲ ਨਰ ਸਿੰਘ ਅਵਤਾਰ ਹੈ, ਤੂੰ ਉਸ ਨੂੰ ਲੈ ਲਓ, ਤੇਰੇ ਬੜਾ ਕੰਮ ਆਏਗਾ। ਗਰੀਬ ਨਿਵਾਜ ਨਰ ਸਿੰਘ ਨੂੰ ਤੁਸੀਂ ਆਪਣੇ ਪਾਸ ਹੀ ਰੱਖੋ, ਮੈਨੂੰ ਤਾਂ ਸੇਵਾ ਹੀ ਬਖਸ਼ ਰੱਖੋ। ਭਾਗ ਸਿੰਘ ਦਾ ਇਹ ਉੱਤਰ ਸੀ।